अस्सलाम वालेकुम सर। वालेकुम अस्सलाम जी। सब तो पहला तुहाडा शुक्रिया कि तुसीं सानूं इनवाइट कीता और आने वाले नवे मॉडल के बारे सानूं रिव्यू करवा रहे हो। ये सारियां तब्दीलियां नूं दा पता किवें लगेगा कि तब्दीलियां कर दी गईयां। अगे स्टिकर लाता है 2025 का, ठीक है जी, ताकि बंदे नूं पता कि जो 25 मॉडल लै रहा है तब्दीलियां जिहड़ियां ने उस मॉडल ने जिहदे स्टिकर लग्या होया है। ठीक है जी। हाँ जी। क्या साहब जिमीदारां दे करन दा की रीजन? देखो समान दा तो तलब ही कोई नहीं है प्राइस के नाल, क्योंकि अगर समान दा ते तुहानूं पता है कि पिछले अक्तूबर दे विच नवंबर दे विच अक्तूबर च बल्कि 4% टैक्स लग गया सीगा ट्रैक्टर के उपर और असी वो टैक्स जिहड़ा हैगा अपने ते बर्दाश्त किया कंपनी ने कि असी 5-6 महीने जिहड़ा असी नहीं इहदा बोझ जिमीदार ते नहीं पावांगे, क्योंकि पहले गंदम दे उत्ते जिमीदार दे नाल हत्थ होया बेचारे दे नाल, फिर चावल दे उत्ते हत्थ होया, इस तो बाद ग्रीन स्कीम आ गई। असी ये सारे जिन्ने भी साडे कस्टमर सीगे असी उन्हां नूं ਇਹ ਜਿਹੜਾ ਬੋਝ ਸੀਗਾ 4% ਦਾ ਆਪਣੇ ਉੱਤੇ ਬਰਦਾਸ਼ਤ ਕੀਤਾ। ਠੀਕ ਹੈ ਜੀ। ਜਿਹੜੀ ਕੀਮਤ ਵਧੀ ਹੈ ਤੁਸੀਂ ਇਹ ਸਮਝ ਲਓ ਕਿ ਅਸੀਂ ਉਹ ਹੱਲੇ ਵੀ ਜਿੰਨੇ ਉਹ ਪੈਸੇ ਬਣਦੇ ਸੀਗੇ 4% ਟੈਕਸ ਦੇ ਅਸੀਂ ਉਹਨੇ ਨਹੀਂ ਵਧਾਇਆ ਕੀਮਤ, ਅਸੀਂ ਉਸ ਤੋਂ ਪਿੱਛੇ ਹੀ ਹੈਗੇ ਹਾਂ। ਜਿੰਨਾ ਟੈਕਸ ਬਣਦਾ ਸੀ ਅਸੀਂ ਉਹ ਟੈਕਸ ਨਹੀਂ ਹਲੇ ਵਸੂਲ ਕਰ ਰਹੇ, ਤੇ ਇੱਥੇ ਚੀਜ਼ਾਂ ਦੀ ਕੀਮਤ ਲਾਓ ਤੇ ਫਿਰ ਹੋਰ ਜ਼ਿਆਦਾ ਬਣ ਜਾਂਦਾ ਤੇ ਲਿਹਾਜ਼ਾ ਇਸ ਚੀਜ਼ ਦਾ ਕੋਈ ਤਾਲੁਕ ਨਹੀਂ ਹੈਗਾ। ਜਿਹੜੀ ਤਬਦੀਲੀਆਂ ਕੀਤੀਆਂ ਅਸੀਂ ਇੱਕ ਆਇਡੈਂਟੀਫਿਕੇਸ਼ਨ ਦਿੱਤੀ, ਇੱਕ ਪ੍ਰੈਸਟੀਜ ਤੱਕ ਮਹਿਸੂਸ ਹੋਵੇ ਜ਼ਿਮੀਂਦਾਰ ਨੂੰ, ਉਹਨੂੰ ਪਤਾ ਲੱਗੇ ਕਿ ਉਹ ਨਵੇਂ ਮਾਡਲ ਦੇ ਪੈਸੇ ਦੇ ਰਿਹਾ, ਤਾਂ ਉਹ ਨਵੇਂ ਮਾਡਲ 'ਚ ਕੁਝ ਚੀਜ਼ਾਂ ਇਜ਼ਾਫੀ ਨੇ। अगले साल 2026 ਦੇ ਵਿੱਚ ਇਨਸ਼ਾਅੱਲਾ ਹੋਰ ਇਸ ਤੋਂ ਇਜ਼ਾਫੀ ਤਬਦੀਲੀਆਂ ਹੋਣਗੀਆਂ, ਆਪਸ਼ਨਸ ਆ ਜਾਣਗੀਆਂ ਟਰੈਕਟਰ ਦੇ ਵਿੱਚ ਇਨਸ਼ਾਅੱਲਾ। ਏਸੀ ਕੇਬਲ ਦੇ ਉੱਤੇ ਵੀ ਕੰਮ ਕਰਦੇ ਪਏ ਹੈਗੇ ਆ ਤੇ ਇਹ ਸਾਲ ਹਰ ਸਾਲ ਅਸੀਂ ਜਿਹੜਾ ਨਾ ਇਹਨੂੰ ਜਾਰੀ ਰੱਖਾਂਗੇ ਇਨਸ਼ਾਅੱਲਾ। ਨਵੀਂ ਪ੍ਰਾਈਸ ਉਹ ਕੀ ਹੈ ਜਾਂ ਯਕਮ ਤੋਂ? ਜੀ ਯਕਮ ਤੋਂ ਨਵੀਂ ਪ੍ਰਾਈਸ ਆ ਰਹੀ ਹੈ ਜੀ ਜੀ। ਬੁਕਿੰਗ ਅਸੀਂ ਕਰ ਰਹੇ ਹਾਂ, ਬੁਕਿੰਗ ਕਰਵਾ ਸਕਦੇ ਨੇ ਜ਼ਿਮੀਦਾਰ, ਲੇਕਿਨ ਜਿਹੜਾ ਟਰੈਕਟਰ ਇਨਵਾਇਸ ਹੋਣਗੇ ਯਕਮ ਜਨਵਰੀ ਤੋਂ ਬਾਅਦ ਨਵੇਂ ਸੀਰੀਅਲ ਦੇ ਨਵੇਂ ਮਾਡਲ ਦੇ ਉਹਨਾਂ ਦੇ ਉੱਤੇ ਕੀਮਤ ਲੱਗ ਗਈ। ਸਾਹਿਬ ਇੱਕ ਹੋਰ ਅੱਜਕੱਲ ਇਸ਼ੂ ਜਿਹੜਾ ਸੋਸ਼ਲ ਮੀਡੀਆ ਤੇ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ ਤੇ ਜ਼ਿਮੀਂਦਾਰਾਂ ਦਾ ਵੀ ਇਹ ਗਿਲਾ ਹੁੰਦਾ ਕਿ ਤੁਸੀਂ ਜਾਣਦੇ ਹੋ ਕਿ ਇੱਕ ਸਵਾਲ ਨਹੀਂ ਕਰਦੇ, ਟਰੈਕਟਰ ਬਹੁਤ ਜ਼ਿਆਦਾ ਕਿਤੇ ਨੇ ਡਿਲੈਕਸ ਦਾ ਵਿੱਚੋਂ ਯਾਨੀ ਕਿ ਸਪੇਸਰ ਤੋਂ ਟੁੱਟ ਜਾਂਦਾ ਹੈ। ਜਿਹੜੇ ਵੀ ਮਾਡਲ ਆ ਰਹੇ ਨੇ ਗੰਨੇ ਦੀ ਟਰਾਲੀ ਤੋਂ ਲਾ ਰਹੇ ਟੁੱਟ ਜਾਂਦੇ ਨੇ। ਜੀ ਜੀ। ਕੀ ਵਜ੍ਹਾ ਹੈ? ਉਹਦੀ ਵਜ੍ਹਾ ਕੀ ਹੈ? ਯਾਨੀ ਕਿ ਕਿਉਂ ਟੁੱਟਦਾ ਟਰੈਕਟਰ? ਜਿਹੜੇ ਪਹਿਲੇ ਪਰਕਨ ਮਾਡਲ ਆਉਂਦੇ ਸਨ ਜ਼ਿਮੀਂਦਾਰ ਕਹਿੰਦੇ ਉਹ ਨਹੀਂ ਟੁੱਟਦੇ, ਹੁਣ ਮਿਲਣ ਦੇ ਟਰੈਕਟਰ ਟੁੱਟਦੇ ਨੇ, ਕੀ ਗੱਲ? ਦੇਖੋ ਇਹ ਨਾ ਇੱਕ ਪਰਸੈਪਸ਼ਨ ਹੈਗੀ ਹੈ, ਸਾਡਾ ਪਰਸੈਪਸ਼ਨ ਕੀ ਇਹਨੂੰ ਕਹਿੰਦੇ ਨੇ ਕਿ ਸਾਡਾ ਇੱਕ ਪਰਸੈਪਸ਼ਨ ਕਹਿ ਲਓ, ਮਿਥ ਕਹਿ ਲਓ ਜਾਂ ਸੋਚ ਕਹਿ ਲਓ, ਇਹ ਬਣ ਗਈ ਹੁੰਦੀ ਕਿ ਪਿਛਲੇ ਨੂੰ ਅਸੀਂ ਕਹਿਣਾ ਕਿ ਉਹ ਠੀਕ ਸੀਗਾ। ਠੀਕ ਹੈ ਜੀ। ਅਸੀਂ ਪਿਛਲੇ ਨੂੰ ਠੀਕ ਕਹਿੰਦੇ ਕਿ ਜੀ ਪਹਿਲੇ ਅਸੀਂ ਉਹ ਠੀਕ ਸੀ, ਹੁਣ ਠੀਕ ਨਹੀਂ ਹੈਗਾ। ਐਸੀ ਗੱਲ ਨਹੀਂ ਹੈਗੀ। ਤੁਹਾਡਾ ਕੀ ਖਿਆਲ ਹੈ ਕਿ ਪਰਕਨ, ਪਹਿਲੇ ਤਾਂ ਗੱਲ ਪਰਕਨ ਵੀ ਅਸੀਂ ਹੀ ਮੈਨੂਫੈਕਚਰ ਕਰਦੇ ਸੀ, ਸਿਰਫ ਲਾਇਸੈਂਸ ਸੀਗਾ ਔਰ ਲਾਇਸੈਂਸ ਦੀ ਅਸੀਂ ਫੀਸ ਪੇ ਕਰਦੇ ਸੀ ਔਰ ਪਰਕਨ ਲਿਖਿਆ ਜਾਂਦਾ ਸੀ ਟਰੈਕਟਰ ਦਾ। ਉਦੋਂ ਵੀ ਮੈਨੂਫੈਕਚਰ ਅਸੀਂ ਆਪ ਹੀ ਕਰਦੇ ਸੀ, ਹੁਣ ਵੀ ਅਸੀਂ ਆਪ ਹੀ ਕਰਦੇ ਹਾਂ। ਤੇ ਪਰਕਨ ਦੇ ਕਿੰਨੇ ਕੁ ਟਰੈਕਟਰ ਇਸ ਟਾਈਮ ਫੀਲਡ 'ਚ ਚੱਲਣ ਡਏ ਹੋਣੇ ਨੇ, ਪਹਿਲੇ ਤਾਂ ਗੱਲ ਇਹ ਹੈਗੀ ਹੈ। ਠੀਕ ਹੈ। ਤੁਸੀਂ ਅਗਰ ਰੇਸ਼ੋ ਚੈੱਕ ਕਰੋ ਨਾ, ਉਹ ਹੋ ਸਕਦਾ 2% ਹੋਣ, 98% ਨਵਾਂ ਟਰੈਕਟਰ ਹੋਵੇ। ਠੀਕ ਹੈ ਜੀ। ਤਾਂ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਜੀ ਉਹ ਨਹੀਂ ਸੀ ਟੁੱਟਦੇ ਤੇ ਇਹ ਟੁੱਟਦੇ ਨੇ? ਉਹ ਤਾਂ ਹੈ ਹੀ ਨਹੀਂ। ਹੁਣ ਸਮਝ ਲਓ ਉਹ ਤਾਂ ਹੈ ਹੀ ਨਹੀਂ। ਇਲਾਕੇ ਦੇ ਵਿੱਚ ਕਿੰਨੇ ਸਾਲ ਹੋ ਗਏ, 15 ਸਾਲ 20 ਸਾਲ ਪਹਿਲੇ ਦੇ ਟਰੈਕਟਰ ਨੇ, ਤੇ ਉਹਨਾਂ ਦੇ ਮਤਲਬ ਉਹਨਾਂ ਦੀ ਤਾਦਾਦ ਕਿੰਨੀ ਕੁ ਮੌਜੂਦ ਹੋਏਗੀ? ਤੇ ਪਹਿਲੀ ਗੱਲ ਇਹ ਗਲਤ ਹੈਗੀ। ਦੂਸਰੀ ਗੱਲ ਹੈਗੀ ਮਿਸਯੂਜ਼। ਠੀਕ ਹੈ ਜੀ। ਟਰੈਕਟਰ ਦਾ ਗਲਤ ਇਸਤੇਮਾਲ, ਬੇਜਾ ਇਸਤੇਮਾਲ। ਟਰੈਕਟਰ ਕੋਈ ਫਰਿਸ਼ਤਾ ਤਾਂ ਨਹੀਂ ਹੈਗਾ ਕਿ ਉਹਨੂੰ ਜੋ ਕਹੋਗੇ ਹੁਕਮ ਦੋਗੇ ਕਰ ਦੇਗਾ। ਠੀਕ ਹੈ ਜੀ। ਟਰੈਕਟਰ ਦੀ ਲਿਮਿਟੇਸ਼ਨਸ ਹੈਗੀਆਂ ਨੇ, ਉਹਦੀ ਹਰ ਚੀਜ਼ ਜਿਹੜੀ ਹੈ ਇੱਕ ਇੰਜੀਨੀਅਰਿੰਗ ਪੁਆਇੰਟ ਆਫ ਵਿਊ ਦੇ ਨਾਲ ਡਿਜ਼ਾਈਨ ਕੀਤੀ ਜਾਂਦੀ ਹੈ ਔਰ ਬਣਾਈ ਜਾਂਦੀ ਹੈ। ਹਰ ਪੁਰਜ਼ਾ, ਅਗਰ ਕਿਸੇ ਕੋਈ ਬੰਦਾ ਕਹਿੰਦਾ ਨਾ ਜੀ ਮੇਰਾ ਮਿਆਰ ਠੀਕ ਨਹੀਂ ਹੈਗਾ, ਅਸੀਂ ਉਹਨੂੰ ਚੈਲੰਜ ਕਰਨੇ ਕਿ ਆਪਣਾ ਪੁਰਜ਼ਾ ਲਿਆਓ ਜਿਹੜਾ ਟੁੱਟਿਆ ਹੈਗਾ, ਅਸੀਂ ਉਹਨੂੰ ਲੈਬੋਰਟਰੀ ਚੈੱਕ ਕਰਵਾਉਂਦੇ ਹਾਂ। ਅਸੀਂ ਅਗਰ ਸਾਡੇ ਮਿਆਰ 'ਚ ਕਮੀ ਹੋਏਗੀ ਤਾਂ ਅਸੀਂ ਇਨਸ਼ਾਅੱਲਾ ਉਹਦੇ ਜੁਰਮਦਾਰ ਹੈਗੇ। ਠੀਕ ਹੈ ਜੀ। ਔਰ ਅਗਰ ਨਹੀਂ ਹੋਏਗੀ, ਮਟੀਰੀਅਲ ਠੀਕ ਹੈ, ਸਪੈਸੀਫਿਕੇਸ਼ਨ ਠੀਕ ਹੈ, ਉਹਦਾ ਪ੍ਰੋਸੈਸ ਠੀਕ ਹੈਗਾ, ਤੇ ਕਿਸ ਤਰ੍ਹਾਂ ਉਹ ਕਹਿ ਸਕਦਾ ਕਿ ਕੰਪਨੀ ਦਾ ਮਾਲ ਠੀਕ ਨਹੀਂ ਹੈਗਾ? ਠੀਕ ਹੈ। ਲਿਹਾਜ਼ਾ ਓਵਰਲੋਡਿੰਗ ਅਸੀਂ ਦੇਖਦੇ ਹਾਂ ਅੱਜ ਕੱਲ੍ਹ, ਜਿਸ ਤਰ੍ਹਾਂ ਟਰਾਲੇ ਹਰ ਆਉਂਦੇ ਸਾਲ ਟਰਾਲਾ ਵੱਡੇ ਤੋਂ ਵੱਡਾ ਬਣ ਰਿਹਾ। ਠੀਕ ਹੈ ਜੀ। ਔਰ ਮੁਕਾਬਲੇ ਹੁੰਦੇ ਨੇ, ਦੇਖੋ ਜੀ ਵਜ਼ਨ ਕਿਹੜਾ ਬਹੁਤਾ ਚੁੱਕਦਾ। ਠੀਕ ਹੈ। ਟੋਚਨ ਮੁਕਾਬਲੇ ਵੀ ਤੁਸੀਂ ਮਾਸ਼ਾਅੱਲਾ ਕਰਦੇ ਪਏ ਹੋ। ਇਹ ਇੱਕ ਉਹ ਤਾਂ ਹੈ ਸਹੀ ਕਿ ਉਹਨੂੰ ਕਹਿੰਦੇ ਸ਼ੁਗਲ ਮੇਲਾ ਤਾਂ ਹੈ ਸਹੀ, ਲੇਕਿਨ ਕਿਆ ਉਹ ਠੀਕ ਹੈਗੀ ਚੀਜ਼? ਉਹ 'ਚ ਨੁਕਸਾਨ ਨਹੀਂ ਹੋ ਸਕਦਾ? ਹੋ ਸਕਦਾ ਨਾ ਜੀ। ਤੇ ਉਹ ਸ਼ੁਗਲ ਮੇਲਾ 2 ਮਿੰਟ ਦਾ, ਲੇਕਿਨ ਅਗਰ ਨੁਕਸਾਨ ਹੋ ਜਾਏ ਤਾਂ ਲੱਖਾਂ ਦਾ ਨੁਕਸਾਨ। ਠੀਕ ਹੈ। ਲਿਹਾਜ਼ਾ ਸਾਨੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ, ਸਾਨੂੰ ਪੋਜ਼ਿਟਿਵ ਤਨਕੀਦ ਕਰਨੀ ਚਾਹੀਦੀ ਹੈ। ਤੁਸੀਂ ਸਾਨੂੰ ਜਦੋਂ ਚੀਜ਼ਾਂ ਪੁਆਇੰਟ ਆਊਟ ਕੀਤੀਆਂ, ਕੁਛ ਚੀਜ਼ਾਂ ਸਾਨੂੰ ਫੀਲਡ 'ਚ ਵੀ ਆਉਂਦੀਆਂ। ਅਸੀਂ ਹਰ ਸਾਲ 2 ਵਾਰੀ ਜ਼ਿਮੀਂਦਾਰ ਦੇ ਕੋਲ ਜਾਂਦੇ ਹਾਂ, ਫ੍ਰੀ ਸਰਵਿਸ ਪ੍ਰੋਗਰਾਮ ਕਰਦੇ ਹਾਂ। ਜਿਸ ਇਲਾਕੇ ਦੇ ਵਿੱਚ ਜਿੰਨੇ ਨਵੇਂ ਟਰੈਕਟਰ ਗਏ ਹੁੰਦੇ ਸਾਰਿਆਂ ਨੂੰ ਅਸੀਂ ਬੁਲਾਈਦਾ, ਬੁਲਾ ਕੇ ਉਹਨਾਂ ਦੇ ਟਰੈਕਟਰ ਦਾ ਚੈੱਕਅਪ ਕਰੀਦਾ, ਉਹਨਾਂ ਨਾਲ ਸਵਾਲ ਜਵਾਬ ਕਰੀਦੇ, ਉਹਨਾਂ ਨੂੰ ਪੁੱਛੀਦਾ ਸਾਨੂੰ ਦੱਸੋ ਕਿ ਸਾਡੇ ਮੁਤਲਕਾ ਕੋਈ ਗੱਲਾਂ ਹੈਗੀਆਂ ਨੇ, ਕੋਈ ਮਸ਼ਵਰੇ ਹੈਗੇ ਨੇ, ਕੋਈ ਖਾਮੀਆਂ ਸਾਨੂੰ ਦੱਸੋ। ਆਪਣੀ ਗੱਲ ਉਹਨਾਂ ਨੂੰ ਦੱਸੀ ਦੀ ਹੈਗੀ।
ਠੀਕ ਹੈ, ਟਰੈਕਟਰ ਚਲਾਉਣ ਦਾ ਤਰੀਕਾਕਾਰ, ਟਰੈਕਟਰ ਦੀ ਦੇਖਭਾਲ ਦਾ ਤਰੀਕਾਕਾਰ, ਬਹੁਤ ਸਾਰੀ ਚੀਜ਼ਾਂ ਜਿਹੜੀਆਂ ਅਸੀਂ ਸਮਝਦੇ ਹਾਂ ਕਿ ਸਾਨੂੰ ਕਰਨੀਆਂ ਚਾਹੀਦੀਆਂ, ਅਸੀਂ ਕਰਦੇ ਹਾਂ। ਯਾਨੀ ਕਿ ਤੁਹਾਡਾ ਕਹਿਣ ਤੋਂ ਮਕਸਦ ਇਹ ਹੈ ਕਿ ਟਰੈਕਟਰ ਨਾਲ ਜ਼ਿਆਦਤੀ ਹੁੰਦੀ ਹੈ, ਮਿਸਯੂਜ਼ ਹੁੰਦਾ ਹੈ, ਬਿਲਕੁਲ ਜੀ, ਇਸ ਵਜ੍ਹਾ ਤੋਂ ਨੁਕਸਾਨ ਹੁੰਦਾ ਹੈ। ਬਿਲਕੁਲ ਜੀ। ਬਾਕੀ ਕਈ ਜ਼ਿਮੀਦਾਰ ਇਹ ਵੀ ਸਵਾਲ ਉਹਨਾਂ ਦਾ ਕਿ ਟਰੈਕਟਰ ਗਰਮ ਹੁੰਦਾ ਹੈ ਔਰ ਟਰੈਕਟਰ ਦੇ ਵਿੱਚ ਆਇਲ 12 ਲੀਟਰ ਹੋਣਾ ਚਾਹੀਦਾ ਹੈ, ਹਰ ਵਾਰੀ ਸਵਾਲ ਜੀ ਜੀ। ਤੇ ਹੁਣ ਵੀ ਲੋਕਾਂ ਦਾ ਸਵਾਲ ਹੈ, ਇਹ ਥੋੜਾ ਜਿਹਾ ਕਲੀਅਰ ਕਰ ਦਿਓ। ਦੇਖੋ ਅਸੀਂ ਵੀ ਹਰ ਵਾਰੀ ਜਵਾਬ ਦੇ ਦਿੰਦਾ ਕਿ ਹਰ ਚੀਜ਼ ਦਾ ਇੱਕ ਡਿਜ਼ਾਈਨ ਹੁੰਦਾ ਹੈ, ਠੀਕ ਹੈ। ਗੱਲ ਉਹ ਕੰਨ ਇਧਰੋਂ ਫੜੋ ਜਾਂ ਇਧਰੋਂ ਫੜੋ, ਗੱਲ ਇੱਕ ਹੀ ਹੈਗੀ ਹੈ। 12 ਲੀਟਰ ਕਰ ਦਿਓ ਤੇ ਘੰਟੇ ਵਧਾ ਦਿਓ, ਠੀਕ ਹੈ। 8 ਲੀਟਰ ਕਰ ਦਿਓ ਤੇ ਘੰਟੇ ਥੋੜੇ ਕਰ ਦਿਓ। ਇਹ ਕੀ ਇਹ ਜਦੋਂ ਬਣਿਆ ਡਿਜ਼ਾਈਨ ਹੋਇਆ, ਇਹ ਆਪਣੀ ਕੈਪੈਸਿਟੀ ਦੇ ਹਿਸਾਬ ਦੇ ਨਾਲ ਇਹਦੀ ਆਇਲ ਦੀ ਕੈਪੈਸਿਟੀ ਰੱਖੀ ਗਈ ਹੈ, ਜੋ ਇਹਦੇ ਇੰਜਨ ਦੀ ਰਿਕੁਆਇਰਮੈਂਟ ਸੀ ਉਹਦੇ ਹਿਸਾਬ ਦੇ ਨਾਲ, ਠੀਕ ਹੈ ਜੀ। ਅਗਰ ਅਸੀਂ ਇਹਨੂੰ ਵਧਾ ਦਾਂਗੇ, ਹੋ ਸਕਦਾ ਕਿ ਉਹਦਾ ਨੁਕਸਾਨ ਹੋ ਜਾਏ। ਜਿਸ ਤਰ੍ਹਾਂ ਇੱਕ ਟਰੈਕਟਰ ਨੂੰ ਠੰਡਾ ਕਰਨ ਵਾਸਤੇ ਅਸੀਂ ਆਮ ਲੋਕਾਂ ਦਾ ਖਿਆਲ ਹੈਗਾ ਜੀ ਇਹਦੇ ਵਿੱਚੋਂ ਥਰਮੋਸਟੇਟ ਵਾਲ ਕੱਢ ਦਿਓ, ਠੰਡਾ ਹੁੰਦਾ ਲੇਕਿਨ ਹੱਦ ਤੋਂ ਜ਼ਿਆਦਾ ਠੰਡਾ ਹੋ ਜਾਂਦਾ। ਇਹ ਯਾਨੀ ਕਿ ਜ਼ਰੂਰਤ ਨਹੀਂ ਸੀ ਉਹਨੂੰ ਰੱਖਣ ਦੀ, ਜ਼ਰੂਰਤ ਹੈ, ਕੱਢਣ ਦੀ ਜ਼ਰੂਰਤ ਨਹੀਂ। ਲੇਕਿਨ ਜਦੋਂ ਅਸੀਂ ਕੱਢ ਦਿੰਦੇ ਹਾਂ ਤੇ ਕੀ ਕਰਦੇ ਹਾਂ ਕਿ ਪਿਛਲੇ ਪਿਸਟਨ ਜ਼ਿਆਦਾ ਠੰਡੇ ਹੋ ਜਾਂਦੇ ਨੇ, ਅਗਲੇ ਜਿਹੜੇ ਗਰਮੈਸ਼ ਜਿੰਨੀ ਚਾਹੀਦੀ ਹੈ, ਜਿੰਨਾ ਇੱਕ ਆਪਟੀਮਮ ਟੈਂਪਰੇਚਰ ਹੁੰਦਾ, ਉਹ ਅਗਲੇ ਪਿਸਟਨ ਆ ਜਾਂਦਾ, ਪਿਛਲੇ ਜ਼ਿਆਦਾ ਠੰਡੇ ਹੋ ਜਾਂਦੇ ਨੇ, ਤੇ ਉਹ ਜਾਂ ਪਿਛਲੇ ਜ਼ਿਆਦਾ ਗਰਮ ਹੋ ਜਾਂਦੇ ਨੇ, ਅਗਲੇ ਠੰਡੇ ਹੋ ਜਾਂਦੇ, ਕਿਉਂਕਿ ਅੱਗੇ ਪਾਣੀ ਜਾਂਦਾ ਪਿੱਛੇ ਨੂੰ। ਸੌਰੀ ਮੈਂ ਅਲੋਟ ਕਰ ਗਿਆ। ਤੇ ਉਹ ਪਿਛਲੇ ਜਿਹੜੇ ਨੇ ਉਹ ਗਰਮੈਸ਼ ਦੀ ਵਜ੍ਹਾ ਤੋਂ ਰਿੰਗ ਘਸਾ ਦਿੰਦੇ ਨੇ, ਅਗਲੇ ਜਿਹੜੇ ਨੇ ਉਹ ਚੱਲ ਨੇ। ਚਾਹੀਦਾ ਤੇ ਕਿ ਇੰਜਨ ਦੇ ਅਗਰ ਰਿੰਗ ਖਤਮ ਹੋਣ ਤੇ ਬਰਾਬਰ ਖਤਮ ਹੋਣ, ਠੀਕ ਹੈ ਜੀ। ਉਸ ਸਿਸਟਮ ਨੂੰ ਜਦੋਂ ਅਸੀਂ ਬਾਈਪਾਸ ਕਰਦੇ ਹਾਂ, ਉਹਦੇ ਨੁਕਸਾਨਾਤ ਨੇ, ਉਹਦਾ ਫਾਇਦਾ ਕੋਈ ਨਹੀਂ। ਲਿਹਾਜ਼ਾ ਤੇਲ ਵਧਾਉਣ ਦੇ ਨਾਲ ਜੇਬ ਦੇ ਉੱਤੇ ਖਰਚਾ ਵੱਧ ਜਾਏਗਾ, ਉਹਦਾ ਕੋਈ ਐਸਾ ਮੇਰਾ ਨਹੀਂ ਖਿਆਲ